1969 ਦੇ ਵਿੱਚ ਅਸੀਂ ਇੱਥੇ ਗੁਰਦੁਆਰਾ ਤਿਆਰ ਕਰ ਲਿਆ ਸੀ। ਇਹ ਜਹਾਜ਼ ਆਇਆ ਸੀਗਾ ਮਈ 23 1994 ਇੱਥੇ ਜੀ। ਇਹਦੇ ਵਿੱਚ 376 ਪੈਸੇਂਜਰ ਸੀਗੇ ਤੇ ਮੋਸਟਲੀ ਸਿੱਖ ਸੀਗੇ। ਖਾਲਸਾ ਦੀਵਾਨ ਸੁਸਾਇਟੀ ਨੇ ਉਸ ਵੇਲੇ ਕਾਫੀ ਇਹਨਾਂ ਦੀ ਮਦਦ ਕੀਤੀ, ਪੈਸਾ ਵੀ ਇਕੱਠਾ ਕੀਤਾ। $25,000 ਵਿਦਿਨ 2-3 ਡੇਜ਼ ਇਕੱਠਾ ਹੋ ਗਿਆ ਸੀਗਾ। ਤੇ ਜਿੰਨੇ ਲੀਗਲ ਬਿੱਲ ਸੀਗੇ, ਕਿਉਂਕਿ ਵਕੀਲ ਵੀ ਕੀਤਾ ਗਿਆ ਸੀਗਾ, ਉਹ ਵਕੀਲ ਦਾ ਖਰਚਾ ਵੀ ਸਾਰਾ ਖਾਲਸਾ ਦੀਵਾਨ ਸੁਸਾਇਟੀ ਨੇ ਬੇਅਰ ਕੀਤਾ। ਪੰਜਾਬੀਆਂ ਦਾ ਇਕੁਅਲ ਰਾਈਟ ਹੈ। ਹੁਣ ਸਾਨੂੰ ਵੋਟਿੰਗ ਰਾਈਟ ਵੀ ਮਿਲੇ ਨੇ। ਵੋਟਿੰਗ ਰਾਈਟ ਦੇ ਵਿੱਚ ਵੀ ਖਾਲਸਾ ਦੀਵਾਨ ਸੁਸਾਇਟੀ ਦਾ ਹੀ ਪੂਰਾ ਹੱਕ ਹੈਗਾ। ਅੱਜ ਅਸੀਂ ਬੜੇ ਹਿਸਟੋਰੀਕਲ ਜਗ੍ਹਾ ਜਿਹੜੇ ਆ ਪਹੁੰਚੇ ਹਾਂ। ਸੋ ਜਿੱਥੇ ਕਿ 100 ਸਾਲਾ ਦੁਨੀਆ ਭਰ ਦੇ ਵਿੱਚ ਕੌਮਾ ਗਾਟਾ ਮਾਰੂ ਨੂੰ ਸਮਰਪਿਤ ਵੱਖੋ ਵੱਖਰੇ ਸਮਾਗਮ ਹੋ ਰਹੇ ਆ। ਅੱਜ ਅਸੀਂ ਉਹਨਾਂ ਦੇ ਘਰ ਇੱਥੇ ਰੌ ਸਟਰੀਟ ਗੁਰੂ ਘਰ ਖਾਲਸਾ ਦੀਵਾਨ ਸੁਸਾਇਟੀ, ਜੋ ਕਿ ਸਭ ਤੋਂ ਪੁਰਾਣੀ ਸੁਸਾਇਟੀ, ਸ਼ਾਇਦ ਜਿਹੜੇ ਬਾਹਰ ਪੰਜਾਬੀ ਗਏ ਨੇ, ਪੰਜਾਬੀ ਸਿੱਖ ਗਏ ਨੇ, ਉਹਨਾਂ ਦੇ ਲਈ ਇਹ ਤੀਰਥ ਸਥਾਨ ਜੇ ਆਪਾਂ ਕਹਿ ਲਈਏ ਕੋਈ ਅਣਕਥਨੀ ਨਹੀਂ ਹੈ। ਸੋ ਅੱਜ ਅਸੀਂ ਉਹਨਾਂ ਦਾ ਪਿਛੋਕੜ, ਉਹਨਾਂ ਦਾ ਇਤਿਹਾਸ ਜਿਹੜਾ ਆ ਉਸ ਨੂੰ ਕਵਰ ਕਰਨ ਜਾ ਰਹੇ ਹਾਂ। ਸੋ ਇਹ ਸਾਰੀ ਵੀਡੀਓ ਜਿਹੜੀ ਆ ਅਸੀਂ ਕੌਮਾ ਗਾਟਾ ਮਾਰੂ ਦੇ ਉੱਤੇ ਜਿਹੜੀ ਆ ਸਥਾਪਿਤ ਕਰਨੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਸਾਡੇ ਨਾਲ ਜਿਹੜੇ ਟੀਮ ਮੈਂਬਰਾਂ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਸੰਚਾਲਕਾਂ ਦੇ ਵਿੱਚੋਂ ਕਮੇਟੀ ਮੈਂਬਰਾਂ, ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਥ ਦੇਣ ਲਈ ਇਸ ਜਰਨੀ ਦੇ ਥਰੂ। ਸੋ ਆਪਣਾ ਸ਼ੁਭ ਨਾਮ? ਤੁਸੀਂ? ਮੇਰਾ ਨਾਮ ਜੀ ਅਮਰਜੀਤ ਸਿੰਘ। ਅਮਰਜੀਤ ਸਿੰਘ ਜੀ, ਤੁਸੀਂ ਥੋੜ੍ਹਾ ਪਿਛੋਕੜ ਦੱਸੋਗੇ ਸ਼ੁਰੂਆਤ ਦੇ ਵਿੱਚ ਕਿ ਇਸ ਗੁਰੂ ਘਰ ਦੀ ਸਥਾਪਨਾ ਨੂੰ ਲੈ ਕੇ, ਇਸ ਸੁਸਾਇਟੀ ਦੀ ਸਥਾਪਨਾ ਨੂੰ ਲੈ ਕੇ ਆਪਾਂ ਥੋੜ੍ਹੀ ਸ਼ੁਰੂਆਤ ਕਰਦੇ ਹਾਂ, ਫਿਰ ਆਪਾਂ ਕੌਮਾ ਗਾਟਾ ਮਾਰੂ ਦਾ ਪਿਛੋਕੜ ਜਿਹੜਾ ਉਹ ਵੀ ਕਰਾਂਗੇ। ਸੋ ਤੁਸੀਂ ਉਹਦੇ ਬਾਰੇ? ਮੈਨੂੰ ਜਿੰਨਾ ਪਤਾ ਹੈ, ਇਹ ਸਭ ਤੋਂ ਪੁਰਾਣੀ ਸੁਸਾਇਟੀ ਹੈਗੀ ਹੈ ਐਟਲੀਸਟ ਨਾਰਥ ਅਮਰੀਕਾ ਦੇ ਵਿੱਚ ਜੀ। ਇਹ 1906 ਦੇ ਵਿੱਚ ਬਣੀ ਸੀਗੀ ਜੀ। ਤੇ ਪਹਿਲਾ ਗੁਰਦੁਆਰਾ ਜਿਹੜਾ ਬਣਾਇਆ ਸੀਗਾ ਉਹ ਡਾਊਨਟਾਊਨ 'ਚ ਬਣਾਇਆ ਸੀ। ਉਹ 1908 'ਚ ਬਣਿਆ ਸੀਗਾ। ਠੀਕ ਹੈ। ਹਾਂਜੀ। ਤੇ ਫਿਰ ਉਹ ਗੁਰਦੁਆਰਾ ਕਿਉਂਕਿ 1960s ਦੇ ਵਿੱਚ ਫਿਰ ਪਾਪੂਲੇਸ਼ਨ ਆਪਣੀ ਜ਼ਿਆਦਾ ਹੋ ਗਈ, ਉੱਥੇ ਪਾਰਕਿੰਗ ਵਗੈਰਾ ਹੈ ਨਹੀਂ ਸੀ, ਉੱਦਾਂ ਵੀ ਛੋਟਾ ਸੀ ਗੁਰਦੁਆਰਾ। ਫਿਰ 69 ਦੇ ਵਿੱਚ ਅਸੀਂ ਇੱਥੇ ਗੁਰਦੁਆਰਾ ਤਿਆਰ ਕਰ ਲਿਆ ਸੀ। ਠੀਕ ਹੈ। ਤੇ ਆਫੀਸ਼ੀਅਲੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ 69 'ਤੇ ਬਿਲਡਿੰਗ ਤਿਆਰ ਹੋ ਗਈ ਸੀ ਗੁਰਦੁਆਰੇ ਦੀ ਜੀ। ਅਤੇ ਵਿਸਾਖੀ 1970 ਦੇ ਵਿੱਚ ਫਿਰ ਸਾਰਾ ਕੁਝ ਸੈਕਿੰਡ ਐਵਨਿਊ ਤੋਂ ਇੱਥੇ ਲੈ ਆਏ ਸੀ। ਠੀਕ ਹੈ। ਉਸ ਗੁਰਦੁਆਰੇ ਵਿੱਚ। ਠੀਕ ਹੈ। ਅਤੇ ਇਹ ਤਾਂ ਹੈਗੀ ਸਾਡੀ ਇਸ ਗੁਰਦੁਆਰੇ ਦੀ ਹਿਸਟਰੀ ਅਤੇ ਖਾਲਸਾ ਦੀਵਾਨ ਸੁਸਾਇਟੀ ਹਾਲੇ ਵੀ ਉਹੀ ਸੁਸਾਇਟੀ ਹੈਗੀ ਹੈ। ਬੰਦੇ ਤਾਂ ਆਉਂਦੇ ਜਾਂਦੇ ਰਹਿੰਦੇ ਹੈ ਜੀ, ਲੇਕਿਨ ਜਿਹੜੇ ਬਾਈ ਲਾਜ਼ ਕੌਨਸਟੀਟਿਊਸ਼ਨ ਜਿਹੜੀ ਉਹਨਾਂ ਨੇ ਬਣਾਈ ਸੀਗੀ ਉਹੀ ਚੱਲ ਰਹੀ ਹੈ ਹਾਲੇ ਵੀ ਖਾਲਸਾ ਦੀਵਾਨ ਸੁਸਾਇਟੀ ਜੀ। ਤੋ ਬਹੁਤ ਸ਼ੁਕਰੀਆ ਜੀ। ਹੁਣ ਮੇਰਾ ਅਗਲਾ ਸਵਾਲ ਜਿਹੜਾ ਖਾਸ ਕਰਕੇ ਜਿਹੜੀਆਂ ਤੁਸੀਂ ਤਸਵੀਰਾਂ ਇੱਥੇ ਲਾਈਆਂ ਹੋਈਆਂ ਨੇ ਵੱਡੇ ਉੱਤੇ ਸੈੱਟ ਕੀਤੇ ਹੋਏ ਜਿਹੜੇ ਤੁਹਾਡੇ ਕੈਨਵਸ ਨੇ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਤੇ ਨਾਲ ਬੜੀ ਇੰਪੋਰਟੈਂਟ ਜਿਹੜੀ ਇੱਥੇ ਘਟਨਾ ਤੇ ਵਾਪਰੀ ਸੀ ਉਸ ਨੂੰ ਲੈ ਕੇ ਆਪਾਂ ਗੱਲ ਕਰਾਂਗੇ। ਸੋ ਕੌਮਾ ਗਾਟਾ ਮਾਰੂ ਦੀ ਜਹਾਜ਼ ਦਾ ਨਾਮ ਸੀ ਮਈ 2314 ਨੂੰ ਜਿਹੜਾ ਇੱਥੇ ਵੈਨਕੂਵਰ ਹਾਰਬਰ ਜੋ ਕਿ ਬਿਲਕੁਲ ਲਾਗੇ ਨਾਲ ਹੈਗਾ ਆ ਬਰੁਕਲਿਨ ਪੁਆਇੰਟ ਦੇ ਉੱਤੇ। ਅਸੀਂ ਇਹਦਾ ਥੋੜ੍ਹਾ ਇਤਿਹਾਸ ਜ਼ਰੂਰ ਤੁਸੀਂ ਦੱਸਣਾ ਕਿ ਸਾਰੀ ਜਿਹੜੀ ਇੱਥੇ ਜਦੋਜਹਿਦ ਹੋਈ ਉਹ ਕਿੱਦਾਂ? ਉਹ ਇੱਦਾਂ ਹੈ ਜੀ ਕਿ ਇਹ ਜਹਾਜ਼ ਆਇਆ ਸੀਗਾ ਮਈ 23 1994 ਇੱਥੇ ਜੀ। ਇਹਦੇ ਵਿੱਚ 376 ਪੈਸੇਂਜਰ ਸੀਗੇ ਅਤੇ ਮੋਸਟਲੀ ਸਿੱਖ ਸੀਗੇ, ਥੋੜ੍ਹੇ ਹਿੰਦੂ ਵੀ ਸੀਗੇ ਅਤੇ ਮੁਸਲਮਾਨ ਵੀ ਸੀ। ਠੀਕ। ਅਤੇ ਜਦੋਂ ਇਹ ਜਹਾਜ਼ ਇੱਥੇ ਆਇਆ ਅਤੇ ਗੌਰਮੈਂਟ ਨਹੀਂ ਸੀ ਚਾਹੁੰਦੀ ਕਿ ਉਸ ਵੇਲੇ ਸਾਰਿਆਂ ਨੂੰ ਹਿੰਦੂ ਹੀ ਕਹਿੰਦੇ ਸੀਗੇ ਵੀ ਹਿੰਦੂ ਇੱਥੇ ਆਉਣ ਇੰਡੀਆ। ਹਾਲਾਂਕਿ ਸਾਰਿਆਂ ਕੋਲ ਬ੍ਰਿਟਿਸ਼ ਪਾਸਪੋਰਟ ਸੀਗੇ, ਸਾਰੇ ਲੀਗਲੀ ਆ ਰਹੇ ਸੀ ਇੱਥੇ, ਜਿਹਦੇ ਵਿੱਚੋਂ ਕਈ ਫੌਜੀ ਵੀ ਸੀਗੇ, ਐਕਸ ਫੌਜੀ। ਅਤੇ ਪਰ ਇਹਨਾਂ ਨੇ ਕਿਉਂਕਿ ਇੰਡੀਆ ਦੇ ਬੰਦੇ ਸੀ, ਇਸ ਕਰਕੇ ਇਹਨਾਂ ਨੂੰ ਰੋਕਤਾ ਅਤੇ ਇੱਕ ਨਵਾਂ ਕਾਨੂੰਨ ਬਣਾ ਲਿਆ ਜਿਹਨੂੰ ਕਹਿੰਦੇ ਸੀ ਕੰਟੀਨਿਊਸ ਜਰਨੀ। ਜੀ। ਵੀ ਜਦ ਤੱਕ ਤੁਸੀਂ ਡਾਇਰੈਕਟਲੀ ਇੰਡੀਆ ਤੋਂ ਇੱਥੇ ਡਾਇਰੈਕਟ ਨਾ ਆਓ ਤੁਸੀਂ ਆ ਨਹੀਂ ਸਕਦੇ। ਅੱਛਾ। ਹੁਣ ਕੰਟੀਨਿਊਸ ਜਰਨੀ ਪੋਸੀਬਲ ਹੈ ਨਹੀਂ ਸੀ ਕਿਉਂਕਿ ਇੰਡੀਆ ਤੋਂ ਕੋਈ ਵੀ ਸ਼ਿਪ ਉਸ ਵੇਲੇ ਡਾਇਰੈਕਟ ਨਹੀਂ ਸੀ ਆਉਂਦੀ ਜੀ। ਅਤੇ ਇਸ ਕਰਕੇ ਇਹਨਾਂ ਨੇ ਹਾਂਗਕਾਂਗ ਤੋਂ ਇਹ ਸ਼ਿਪ ਲਿਆ ਸੀਗਾ ਅਤੇ ਵਿੱਚੋਂ ਫਿਰ ਇਹ ਜਾਪਾਨ ਵੀ ਰੁਕੇ ਸੀਗੇ ਅਤੇ ਸ਼ੰਘਾਈ ਰੁਕੇ ਸੀਗੇ ਜੀ।
ਤੇ ਇਹ ਦੋ ਸਟਾਪ ਕਰਕੇ ਉਹ ਕਹਿੰਦੇ ਵੀ ਤੁਸੀਂ ਕੰਟੀਨਿਊਸਲੀ ਨਹੀਂ ਆਏ, ਨਾਲੇ ਆਪਣੀ ਹੋਮ ਕੰਟਰੀ ਤੋਂ ਨਹੀਂ ਆਏ ਜੀ। ਇਸ ਕਰਕੇ ਤੁਹਾਨੂੰ 2 ਮਹੀਨੇ ਬਾਅਦ ਕਾਫੀ ਬੈਟਲ ਚੱਲੀ। ਖਾਲਸਾ ਦੀਵਾਨ ਸੁਸਾਇਟੀ ਨੇ ਉਸ ਵੇਲੇ ਕਾਫੀ ਇਹਨਾਂ ਦੀ ਮਦਦ ਕੀਤੀ, ਪੈਸਾ ਵੀ ਇਕੱਠਾ ਕੀਤਾ। $25,000 ਵਿਦਿਨ 2-3 ਡੇਜ਼ ਇਕੱਠਾ ਹੋ ਗਿਆ ਸੀਗਾ ਜੀ। ਜਿਹੜਾ ਇਹਨਾਂ ਨੇ ਗੌਰਮੈਂਟ ਨੂੰ ਦਿੱਤਾ ਉਸ ਵੇਲੇ ਖਾਲਸਾ ਦੀਵਾਨ ਸੁਸਾਇਟੀ ਨੇ ਇਕੱਠਾ ਕਰਕੇ। ਤੇ ਬਾਕੀ ਜਿੰਨੀ ਸਪਲਾਈਜ਼ ਸੀਗੀਆਂ, ਖਾਣਾ ਪੀਣਾ, ਪਾਣੀ ਜਿਹੜਾ ਜਹਾਜ਼ 'ਤੇ ਜਾਂਦਾ ਸੀ ਉਹ ਸਾਰਾ ਖਾਲਸਾ ਦੀਵਾਨ ਸੁਸਾਇਟੀ ਕੋਲ ਜਾਂਦਾ ਸੀ। ਤੇ ਜਿੰਨੇ ਲੀਗਲ ਬਿੱਲ ਸੀਗੇ, ਕਿਉਂਕਿ ਵਕੀਲ ਵੀ ਕੀਤਾ ਗਿਆ ਸੀਗਾ, ਉਹ ਵਕੀਲ ਦਾ ਖਰਚਾ ਵੀ ਸਾਰਾ ਖਾਲਸਾ ਦੀਵਾਨ ਸੁਸਾਇਟੀ ਨੇ ਬੇਅਰ ਕੀਤਾ ਸੀ ਉਸ ਵੇਲੇ। ਤੇ ਇਸ ਕਰਕੇ ਖਾਲਸਾ ਦੀਵਾਨ ਸੁਸਾਇਟੀ ਦਾ ਬਹੁਤ ਰੋਲ ਰਿਹਾ ਹੈ ਇਹਨਾਂ ਨੂੰ ਪੈਸੇਂਜਰਾਂ ਨੂੰ ਦੀ ਹੈਲਪ ਕਰਨ ਵਾਸਤੇ, ਲੇਕਿਨ ਨਾਕਾਮਯਾਬ ਰਹੇ ਜੀ। ਤੇ ਬਟ ਉਹਦਾ ਅਸਰ ਬਹੁਤ ਹੋਇਆ। ਕਿੰਨਾ ਚਿਰ ਇਹ ਜਹਾਜ਼ ਜਿਹੜਾ ਸੀ ਜੀ ਤੁਹਾਡੇ ਹਾਰਬਰ ਦੇ ਵਿੱਚ ਇਹ ਇੱਥੇ 2 ਮਹੀਨੇ ਰਿਹਾ। 2 ਮਹੀਨੇ ਰਿਹਾ। ਉਸ ਸਮੇਂ ਕਿਸੇ ਨੂੰ ਵੀ ਜਹਾਜ਼ 'ਚੋਂ ਉਤਰਨ ਨਹੀਂ ਦਿੱਤਾ ਗਿਆ ਤੇ ਸਾਰੇ ਸਿਰਫ ਖਾਣਾ ਉਹਨਾਂ ਤੱਕ ਪੁੱਜਦਾ ਰਿਹਾ। ਨਹੀਂ, ਇੱਦਾਂ ਸੀਗਾ ਕਿ ਕੋਈ ਅਬਾਊਟ 23 ਪੈਸੇਂਜਰ ਸੀ ਜਿਹੜੇ ਕਿ ਇੱਥੇ ਰਹਿ ਗਏ ਸੀ। ਓਕੇ। ਉਹ 23 ਪੈਸੇਂਜਰ ਜਿਨ੍ਹਾਂ 'ਚੋਂ ਕਿ ਇੱਕ ਸ਼ਿਪ 'ਤੇ ਡਾਕਟਰ ਸੀ, ਉਹਦੀ ਫੈਮਿਲੀ ਸੀਗੀ, ਤੇ ਕੁਝ ਪੈਸੇਂਜਰ ਉਹ ਸੀ ਜਿਹੜੇ ਕਿ ਆਲਰੇਡੀ ਕੈਨੇਡਾ ਰਹਿੰਦੇ ਸੀ। ਅੱਛਾ। ਉਹ ਵਾਪਸ ਆ ਰਹੇ ਸੀਗੇ ਰਿਟਰਨ ਜਰਨੀ, ਤੇ ਉਹਨਾਂ ਨੇ ਫਿਰ ਦੇਖਿਆ ਵੀ ਜਹਾਜ਼ ਜਾ ਰਿਹਾ ਕੈਨੇਡਾ, ਅਸੀਂ ਵੀ ਇਹ 'ਚ ਬਹਿ ਜਾਂਦੇ ਹਾਂ। ਠੀਕ। ਤੇ ਉਹ ਰਿਟਰਨ ਪੈਸੇਂਜਰ ਉਹਨਾਂ ਨੂੰ ਲੌਸ ਕਰਤਾ ਸੀਗਾ। ਤੇ ਮੈਂ 356 ਪੈਸੇਂਜਰ ਸੀ ਜਿਹੜੇ ਵਾਪਸ ਗਏ, ਵਾਪਸ ਭੇਜੇ ਗਏ। ਠੀਕ ਠੀਕ। ਸੋ ਇਸ ਦਾ ਵਾਦ ਵਿਵਾਦ ਜਿਹੜਾ ਸੀਗਾ ਇਹ ਕਾਫੀ ਮਸਲਾ ਭਖਿਆ। ਸੋ ਇਸ ਦੇ ਗਾਂ ਦੇ ਫਿਰ ਸਿੱਟੇ ਕੀ ਨਿਕਲੇ ਤੇ ਇੱਥੋਂ ਫਿਰ ਸੁਸਾਇਟੀ ਨੇ ਕੀ ਕੀਤਾ ਇਸ ਸਾਰੇ ਨੂੰ? ਦੇਖੋ ਜੀ, ਗਾਂ ਦਾ ਰਿਜ਼ਲਟ ਤੁਸੀਂ ਅੱਜ ਦੇਖ ਹੀ ਰਹੇ ਹੋ। ਠੀਕ ਹੈ, ਅੱਜ ਪੰਜਾਬੀ ਹਰੇਕ ਥਾਂ 'ਤੇ ਛਾਏ ਹੋਏ ਨੇ ਇੱਥੇ ਕੈਨੇਡਾ ਦੇ ਵਿੱਚ, ਖਾਸ ਕਰ BC ਦੇ ਵਿੱਚ ਜੀ। ਪਹਿਲਾਂ ਤਾਂ ਜਦੋਂ ਇਹ ਜਹਾਜ਼ ਆਇਆ ਸੀ ਇਹ ਹਾਲ ਹੁੰਦੇ ਸੀ ਕਿ ਤੁਸੀਂ ਜੇ ਗੋਰਾ ਅੱਗੋਂ ਸੜਕ ਤੋਂ ਆ ਰਿਹਾ ਹੈ, ਤੁਹਾਨੂੰ ਸੜਕ ਛੱਡਣੀ ਪੈਂਦੀ ਸੀ। ਬੱਸ ਦੇ ਵਿੱਚ ਤੁਸੀਂ ਅੱਗੇ ਨਹੀਂ ਸੀ ਬਹਿ ਸਕਦੇ, ਪਿੱਛੇ ਬਹਿਣਾ ਪੈਂਦਾ ਸੀ। ਤੇ ਜੇ ਕੋਈ ਗੋਰਾ ਆ ਜਾਏ ਤੁਹਾਨੂੰ ਖੜਾ ਹੋਣਾ ਪੈਂਦਾ ਸੀਗਾ। ਉਹ ਤਾਂ ਗੱਲਾਂ ਹੁਣ ਖਤਮ ਹੋ ਗਈਆਂ ਨੇ ਸਾਰੀਆਂ। ਹੁਣ ਤਾਂ ਪੰਜਾਬੀਆਂ ਦਾ ਇਕੁਅਲ ਰਾਈਟ ਹੈ। ਹੁਣ ਸਾਨੂੰ ਵੋਟਿੰਗ ਰਾਈਟ ਵੀ ਮਿਲੇ ਨੇ। ਵੋਟਿੰਗ ਰਾਈਟ ਦੇ ਵਿੱਚ ਵੀ ਖਾਲਸਾ ਦੀਵਾਨ ਸੁਸਾਇਟੀ ਦਾ ਹੀ ਪੂਰਾ ਹੱਥ ਹੈਗਾ। 1947 ਦੇ ਵਿੱਚ ਸਾਨੂੰ ਵੋਟਿੰਗ ਰਾਈਟ ਮਿਲੇ ਇੱਥੇ ਜੀ। ਉਹਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਨੇ ਮੇਨ ਰੋਲ ਪਲੇ ਕੀਤਾ ਸੀਗਾ। ਮਤਲਬ ਜੋ ਵੀ ਕੰਮ ਹੋਇਆ ਹੈਗਾ ਟਿਲ ਅਬਾਊਟ 60s ਤੱਕ ਉਹ ਖਾਲਸਾ ਦੀਵਾਨ ਸੁਸਾਇਟੀ ਨੇ ਹੀ ਲੀਡ ਰੋਲ ਪਲੇ ਕੀਤਾ। ਹੁਣ 60s ਤੋਂ ਬਾਅਦ ਫਿਰ ਕਾਫੀ ਬਹੁਤ ਬੰਦੇ ਆ ਗਏ, ਕਾਫੀ ਏਜੰਸੀਆਂ ਬਣ ਗਈਆਂ ਹੋਰ, ਤੇ ਫਿਰ ਇਸ ਕਰਕੇ ਇਹਨਾਂ ਦਾ ਰੋਲ ਘਟ ਗਿਆ ਖਾਲਸਾ ਦੀਵਾਨ ਸੁਸਾਇਟੀ ਦਾ। ਠੀਕ। ਸੋ ਇਸ ਸਾਲ ਜਿੱਥੇ 100 ਸਾਲਾ ਮਨਾਇਆ ਜਾ ਰਿਹਾ, ਖਾਸ ਕਰਕੇ ਨੈਸ਼ਨਲ ਸਟੈਂਪ ਵੀ ਰਿਲੀਜ਼ ਕੀਤੀ, ਇਸ ਦੇ ਬਾਰੇ ਥੋੜ੍ਹਾ ਜਿਹਾ ਦੱਸੋ। ਨੈਸ਼ਨਲ ਸਟੈਂਪ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਜੀ। ਤੇ ਇਹ ਗੱਲ ਤੁਹਾਡੀ ਠੀਕ ਹੈ ਕਿ ਰਿਲੀਜ਼ ਕੀਤੀ ਗਈ ਹੈ। ਜੀ। ਤੇ ਇਹਦੇ ਵਿੱਚ ਸਟੈਂਪ ਦੇ ਵਿੱਚ ਮੈਂ ਨਹੀਂ ਕਹਾਂਗਾ ਵੀ ਇਹ ਦੇਖੋ ਜੀ, ਇਹ ਸਟੈਂਪ ਹੈਗੀ ਹੈ। ਦਿਸ ਇਜ਼ ਸਟੈਂਪ ਤਾਂ ਸ਼ਾਇਦ ਖਤਮ ਹੀ ਹੋ ਗਈ ਹਾਂ ਸਟੈਂਪਾਂ, ਬਟ ਇਹ ਹੈ ਸਟੈਂਪ ਜਿਹੜੀ ਰਿਲੀਜ਼ ਕੀਤੀ ਹੈ ਜੀ। ਇਹ $2.5 ਦੀ ਸਟੈਂਪ ਹੈ। ਅੱਛਾ ਜੀ। ਤੇ ਇਹ ਇਸ ਸਾਲ ਰਿਲੀਜ਼ ਹੋਈ ਹੈ। ਬਾਕੀ ਪੋਸਟ ਦੇ ਵੱਲੋਂ ਕੀਤੀ ਗਈ, ਜਿਸ ਦੇ ਨਾਲ ਇਹ ਕੈਨੇਡਾ ਪੋਸਟ ਵੱਲੋਂ ਕੀਤੀ ਗਈ ਸੀ। ਤੇ ਇਹਦੇ ਵਿੱਚ ਸਾਡੇ ਮਿਨਿਸਟਰ ਵੀ ਟਿਮ ਉੱਪਲ ਕਾਫੀ ਇਨਵੋਲਵ ਸੀਗੇ। ਠੀਕ ਹੈ। ਤੇ ਜੋ ਕਿ ਆਪ ਖੁਦ ਪਗੜੀਧਾਰੀ ਸਿੱਖ ਨੇ ਜੀ। ਹਾਂਜੀ ਬਿਲਕੁਲ ਜੀ ਜੀ। ਉਹਦਾ ਬਹੁਤ ਵੱਡਾ ਰੋਲ ਹੈ ਇਸ ਦੇ ਵਿੱਚ। ਠੀਕ। ਤੇ ਸਟੈਂਪ ਇਸ਼ੂ ਕੀਤੀ ਗਈ ਹੈ। ਤੇ ਦੋ ਜਿਹੜੀ ਬਹੁਤ ਵੱਡੀ ਚੀਜ਼ਾਂ ਬਣੀਆਂ ਨੇ ਜਿਹੜੀ ਕਿ ਦੁਨੀਆ 'ਚ ਕਿੱਥੇ ਤੁਹਾਨੂੰ ਨਹੀਂ ਮਿਲਣਗੀਆਂ। ਇੱਕ ਮੋਨੂਮੈਂਟ ਬਣਿਆ ਹੈਗਾ ਹੈ ਡਾਊਨਟਾਊਨ ਵਿੱਚ, ਬਿਲਕੁਲ ਸਮੁੰਦਰ ਦੇ ਕੰਢੇ 'ਤੇ ਜੀ। ਬਹੁਤ ਚੰਗੀ ਲੋਕੇਸ਼ਨ ਹੈ, ਜੇ ਤੁਹਾਨੂੰ ਮੌਕਾ ਮਿਲੇ ਦੇਖਿਓ ਜੀ। ਉਹ ਮੋਨੂਮੈਂਟ ਖਾਲਸਾ ਦੀਵਾਨ ਸੁਸਾਇਟੀ ਨੇ ਬਣਾਇਆ। ਤੇ ਇੱਕ ਜਿਹੜਾ ਉੱਤੇ ਮਿਊਜ਼ੀਅਮ ਤੁਹਾਨੂੰ ਹੁਣ ਦਿਖਾਵਾਂਗੇ, ਉਹ ਵੀ ਖਾਲਸਾ ਦੀਵਾਨ ਸੁਸਾਇਟੀ ਨੇ ਬਣਾਇਆ ਮਿਊਜ਼ੀਅਮ। ਇਹਦੇ ਪੈਸੇ ਜਿਹੜੇ ਨੇ ਉਹ ਫੈਡਰਲ ਗੌਰਮੈਂਟ ਨੇ ਦਿੱਤੇ। ਅੱਛਾ। ਹਾਂਜੀ। ਇਹ 'ਤੇ ਕੋਈ $15 ਲੱਖ ਲੱਗਿਆ ਸੀਗਾ, ਵਿਚ ਵਾਸ ਪੇਡ ਬਾਏ ਫੈਡਰਲ ਗੌਰਮੈਂਟ। ਇੱਕ ਥੋੜ੍ਹੇ ਸਮੇਂ ਤੋਂ ਜਦੋਂ ਚੱਲ ਰਹੀ ਸੀ ਕਿਉਂਕਿ ਮੈਂ ਬੜੇ ਚਿਰਾਂ ਤੋਂ ਇਸ ਨੂੰ ਫੋਲੋ ਅਪ ਕਰਦਾ ਆ ਰਿਹਾ, ਕੰਪਨਸੇਸ਼ਨ ਦੀ ਗੱਲ ਹੋਈ ਸੀ। ਕੰਪਨਸੇਸ਼ਨ ਜਿਹੜੀ ਸਰਕਾਰ ਤੋਂ ਲੈਣ ਦੇ ਪੱਖੋਂ, ਦੂਸਰਾ ਸੀ ਅਪੋਲੋਜੀ ਦੀ। ਤੁਸੀਂ ਉਸ ਦੇ ਬਾਰੇ ਥੋੜ੍ਹਾ ਦੱਸੋਗੇ ਕਿ ਜਿਹੜੇ ਹੁਣ ਤੱਕ, ਕਿਉਂਕਿ ਬਹੁਤ ਵੱਡੀ ਆ ਕੰਪਨਸੇਸ਼ਨ ਜਿਹੜਾ ਸੀ ਜੀ, ਉਹ ਐਕਚੁਅਲੀ ਕੀਤਾ ਸੀਗਾ, ਉਹ ਥੋੜ੍ਹੀ ਜਿਹੀ ਗੱਲਬਾਤ ਉਹਦੀ ਹੋਈ ਸੀਗੀ ਫੈਡਰਲ ਲਿਬਰਲ ਗਵਰਨਮੈਂਟ ਦੇ ਨਾਲ ਜੀ। ਤੇ ਜਦੋਂ ਫਿਰ ਉਹਦੀ ਹਾਲੇ ਗੱਲਬਾਤ ਚੱਲ ਰਹੀ ਸੀਗੀ, ਸ਼ਾਇਦ ਕਿਤੇ ਪਹੁੰਚ ਵੀ ਜਾਂਦੀ, ਉਦੋਂ ਤੇ ਸਰਕਾਰ ਬਣ ਗਈ। ਓਕੇ। ਲਿਬਰਲ ਆਊਟ ਆਫ ਪਾਵਰ ਚਲੇ ਗਏ ਤੇ ਕੰਜ਼ਰਵੇਟਿਵ ਗਵਰਨਮੈਂਟ ਆ ਗਈ ਸੀਗੀ, ਤੇ ਉਹਨਾਂ ਨੇ ਫਿਰ ਅੱਗੇ ਇਸ ਕਰਨ ਵਧਣ ਨਹੀਂ ਦਿੱਤਾ। ਤੇ ਅਪੋਲੋਜੀ ਦੀ ਵੀ ਗੱਲ ਇੱਥੇ ਤੱਕ ਹੈਗੀ ਹੈ, ਅਸੀਂ ਵੀ ਕਰਦੇ ਰਹੇ ਹਾਂ, ਲੇਕਿਨ ਉਹ ਕਿਤੇ ਪਹੁੰਚੀ ਨਹੀਂ ਗੱਲ। ਅਸੀਂ ਇਹ ਸੋਚਿਆ ਵੀ ਮੋਨੂਮੈਂਟ ਤਾਂ ਬਣਾ ਲਈਏ ਤੇ ਥੋੜ੍ਹਾ ਜਿਹਾ ਮਿਊਜ਼ੀਅਮ ਵੀ ਬਣਾ ਲਈਏ, ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋ ਜਾਏ ਕਿ ਹੁਣ ਕਈਆਂ ਨੂੰ ਪਤਾ ਨਹੀਂ ਕੋਮਾ ਘਟਨਾ ਮਾਰੂ ਕੀ ਸੀਗਾ ਕੀ ਨਹੀਂ ਸੀ। ਠੀਕ। ਇਹ ਅਵੇਅਰਨੈਸ ਦਿਖਾਉਣ ਵਾਸਤੇ ਅਸੀਂ ਚੀਜ਼ਾਂ ਬਣਾਈਆਂ ਨੇ।
ਲੇਕਿਨ ਤਾਂ ਕਿ ਫਿਊਚਰ ਦੇ ਵਿੱਚ ਅਪੋਲੋਜੀ ਜ਼ਰੂਰ ਆਏ। ਹੁਣ ਤਾਂ ਲਿਬਰਲ ਗਵਰਨਮੈਂਟ ਨੇ ਅਨਾਉਂਸ ਵੀ ਕਰਤਾ ਜੇ ਅਸੀਂ ਪਾਵਰ 'ਚ ਆ ਗਏ ਤੇ ਅਸੀਂ ਜ਼ਰੂਰ ਅਪੋਲੋਜੀ ਕਰਾਂਗੇ ਪਾਰਲੀਮੈਂਟ ਦੇ ਵਿੱਚ। ਬਟ ਜਿਹੜੀ BC ਦੀ ਲੈਜਿਸਲੇਚਰ ਹੈ ਉਹਦੇ ਵਿੱਚ ਅਪੋਲੋਜੀ ਜ਼ਰੂਰ ਮੰਗੀ ਗਈ ਹੈ, ਉਹ ਦਿੱਤੀ ਗਈ ਹੈ ਅਪੋਲੋਜੀ। ਉਹ ਤੁਹਾਨੂੰ ਉਹਦੀ ਵੀਡੀਓ ਵੀ ਦਿਖਾਵਾਂਗੇ ਇਹਦੇ 'ਚ ਕਿਵੇਂ ਅਪੋਲੋਜੀ ਕੀਤੀ। ਯਾਦ ਹੈ ਕਿ ਪਹਿਲੇ ਜਿਹੜੇ ਸੀ ਸਾਂਝ ਕਲਾ ਪਿੰਡ ਤੋਂ ਜਿਹੜੀ ਨਿਯੁਕਤ ਕੀਤੀ ਗਈ ਸੀ, ਬੜਾ ਹਿਸਟੋਰੀਕਲ ਮੂਵਮੈਂਟ ਸੀ ਸਾਂਝ। ਸੋ ਉਸ ਕਿਉਂਕਿ ਉਹਨਾਂ ਦਾ ਦੀਵਾਨ ਸੁਸਾਇਟੀ ਦੇ ਨਾਲ ਬਹੁਤ ਨੇੜਤਾ ਰਹੀ ਹੈ। ਸੋ ਹੁਣ ਤੱਕ ਦੀਆਂ ਜਿਹੜੀਆਂ ਮੇਨ ਸਥਾਪਤੀਆਂ ਤੁਸੀਂ ਥੋੜ੍ਹਾ ਬਰੀਫਲੀ ਦੱਸੋਗੇ ਕਿ ਸੁਸਾਇਟੀ ਜਿਹੜੀ ਹੈ ਉਹਨਾਂ ਦਾ ਇਤਿਹਾਸ ਹੁਣ ਤੱਕ ਜਿਹੜਾ ਹੈ ਇਸ ਦੇ ਵਿੱਚ ਕਿਹੜੀਆਂ ਜਿਹੜੀਆਂ ਮੇਨ ਪ੍ਰਾਪਤੀਆਂ ਨੇ? ਮਤਲਬ ਖਾਲਸਾ ਦੀਵਾਨ ਸੁਸਾਇਟੀ ਜੀ ਦੇਖੋ ਜੀ, ਜਿਹੜੇ ਵੀ ਉਸ ਪੁਰਾਣੇ ਬੰਦੇ ਜਿੰਨੇ ਵੀ ਹੈਗੇ ਸਾਰੇ ਇੱਥੋਂ ਹੀ ਨਿਕਲੇ ਨੇ। ਖਾਲਸਾ ਦੀਵਾਨ ਸੁਸਾਇਟੀ ਦਾ ਜਿਵੇਂ ਤੁਸੀਂ ਉੱਧਰ ਸਾਂਝ ਕਿਹਾ ਹੈ ਜੀ, ਉਹਨਾਂ ਨੇ ਤਾਂ ਬਹੁਤ ਲੀਗਲ ਕੰਮ ਵੀ ਇਸ ਸੁਸਾਇਟੀ ਵਾਸਤੇ ਕੀਤਾ ਹੈ ਜੀ। ਤੇ ਜਿਹੜੇ ਮੌਲੀ ਉੱਪਲ ਸਾਹਿਬ ਨੇ ਸਾਡੇ ਉਹ ਵੀ ਬੜੇ ਸਾਡੇ ਗਾਈਡ ਰਹੇ ਨੇ। ਤੇ ਹੋਰ ਵੀ ਜਿਹੜੇ ਮਿਨਿਸਟਰ ਬਾਲੀਵੁੱਡ ਪੁਲਿਸ ਦੇ ਜਿਹੜੇ ਕਮਿਸ਼ਨਰ ਸਨ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਜਸਟਿਸ ਜੱਜ ਰਹੇ ਨੇ। ਅੱਛਾ ਠੀਕ ਹੈ। ਉਹਨਾਂ ਦਾ ਬੜਾ ਰੋਲ ਰਿਹਾ ਹੈ ਇਹ ਖਾਲਸਾ ਦੀਵਾਨ ਸੁਸਾਇਟੀ ਦੇ ਨਾਲ। ਤੇ ਜਿਹੜੇ ਸਾਡੇ ਫੈਡਰਲ ਹੈਲਥ ਮਿਨਿਸਟਰ ਰਹੇ ਨੇ ਪਹਿਲੇ ਹੈ ਹਰ ਧਾਲੀਵਾਲ, ਠੀਕ ਉਹ ਸਾਰੇ ਖਾਲਸਾ ਦੀਵਾਨ ਸੁਸਾਇਟੀ ਨਾਲ ਫਰਮ ਟਾਈਮ ਟੂ ਟਾਈਮ ਇਨਵੋਲਵ ਰਹੇ ਨੇ। ਪਰ ਜਿਵੇਂ ਹੁਣ ਕਿੰਨੇ ਹੋਰ ਜ਼ਿਆਦਾ ਗੁਰਦੁਆਰੇ ਬਣ ਗਏ ਨੇ ਤੇ ਸੁਸਾਇਟੀ ਵੱਧ ਗਈ ਹੈ, ਲੋਕੀ ਪਾਪੂਲੇਸ਼ਨ ਜ਼ਿਆਦਾ ਹੋ ਗਈ ਹੈ ਤੇ ਕਿ ਡਿਵੀਜ਼ਨਸ ਹੋ ਗਈਆਂ ਨੇ, ਫਿਰ ਹੁਣ ਥੋੜ੍ਹਾ ਜਿਹਾ ਉਹਨਾਂ ਦਾ ਰੋਲ ਘੱਟ ਹੋ ਗਿਆ। ਲੱਗਦਾ ਕਿ ਹੁਣ ਨੈਚੁਰਲੀ ਤੁਹਾਡੀ ਇੱਥੇ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਹੈ ਉਸ ਦੀਆਂ ਚੌਥੀਆਂ ਪੰਜਵੀਆਂ ਪੀੜ੍ਹੀਆਂ ਜਿਹੜੀਆਂ ਚੱਲ ਰਹੀਆਂ ਹੋਣਗੀਆਂ। ਨਾਲ ਨੇ ਸੁਸਾਇਟੀ ਦੇ ਹਜੇ ਗੁਰੂ ਘਰ ਦੇ ਨਾਲ ਜਿਹੜੇ ਪੰਜਾਬੀ ਨੂੰ ਤੁਸੀਂ ਉਹਨਾਂ ਨੂੰ ਪੰਜਾਬੀਅਤ ਦੇ ਨਾਲ ਧਰਮ ਦੇ ਨਾਲ ਜੋੜਨ ਦੇ ਪੱਖੋਂ ਕੀ ਉਪਰਾਲੇ ਕਰ ਰਹੇ? ਦੇਖੋ ਜੀ, ਜਿਹੜੀ ਤਾਂ ਨਾ ਹੁਣ ਦੀ ਅੱਜ ਕੱਲ੍ਹ ਦੀ ਜਨਰੇਸ਼ਨ ਹੈਗੀ ਆ ਉਹ ਤਾਂ ਬਹੁਤ ਘੱਟ ਆਉਂਦੀ ਗੁਰਦੁਆਰੇ। ਅਸੀਂ ਕੋਸ਼ਿਸ਼ ਵੀ ਕੀਤੀ ਹੈ ਲੇਕਿਨ ਅਸੀਂ ਜਿਵੇਂ ਸਾਡੇ ਗ੍ਰੰਥੀ ਇੰਗਲਿਸ਼ ਵੀ ਬੋਲ ਲੈਂਦੇ ਆ, ਇੰਗਲਿਸ਼ ਵਿੱਚ ਹੀ ਪ੍ਰਚਾਰ ਕਰਦੇ ਆ, ਲੇਕਿਨ ਉਹਦਾ ਇੰਟਰਸਟ ਹੈ ਨਹੀਂ ਇਹਨਾਂ ਕੰਮਾਂ ਵਿੱਚ। ਇਹ ਸਿਰਫ ਸਾਡਾ ਪ੍ਰੋਬਲਮ, ਗੁਰਦੁਆਰਿਆਂ ਦਾ ਪ੍ਰੋਬਲਮ ਨਹੀਂ ਹੈਗਾ, ਇਹ ਐਕਚੁਅਲੀ ਚਰਚਾਂ 'ਚ ਵੀ ਇਹ ਪ੍ਰੋਬਲਮ ਆ ਰਹੀ ਹੈ ਕਿਉਂਕਿ ਸਾਡੀ ਚਰਚ ਵਾਲਿਆਂ ਨਾਲ ਮੀਟਿੰਗ ਹੁੰਦੀ ਰਹਿੰਦੀ ਹੈ ਤੇ ਉਹ ਵੀ ਇਹ ਕਹਿੰਦੇ ਕਿ ਨਵੀਂ ਜਨਰੇਸ਼ਨ ਨੂੰ ਬੁਲਾਉਣਾ ਇਕੱਠਾ ਕਰਨਾ ਬਹੁਤ ਮੁਸ਼ਕਿਲ ਹੈ। ਉਹ ਆਉਂਦੇ ਆ ਵਿਆਹ ਸ਼ਾਦੀਆਂ 'ਤੇ ਜਾਂ ਕੋਈ ਫੰਕਸ਼ਨ ਹੋਵੇ, ਕਿਸੇ ਦਾ ਜਨਮ ਦਿਨ ਹੋਵੇ ਤਾਂ ਜ਼ਰੂਰ ਆ ਜਾਂਦੇ ਆ। ਅਦਰਵਾਈਜ਼ ਜਿਵੇਂ ਕਹੋ ਜੀ ਵੀ ਰੋਜ਼ ਦੀ ਪਾਪੂਲੇਸ਼ਨ ਨਹੀਂ, ਮੈਂਬਰ ਬਣ ਜਾਂਦੇ ਆ ਜਦੋਂ ਇਲੈਕਸ਼ਨ ਹੁੰਦਾ 3 ਸਾਲ ਬਾਅਦ ਵੋਟ ਪਾਉਣ ਜ਼ਰੂਰ ਆਉਂਦੇ ਆ, ਲੇਕਿਨ ਅਦਰਵਾਈਜ਼ ਉਹਨਾਂ ਦਾ ਬਹੁਤ ਘੱਟ। ਠੀਕ ਹੈ। ਤੁਸੀਂ ਤਸਵੀਰਾਂ ਦੇ ਬਾਰੇ ਕੁਝ ਦੱਸਣਾ ਚਾਹੋਗੇ? ਹੋਰ ਜਿਹੜੀਆਂ ਪਰਟੀਕੂਲਰ ਕੋਈ ਤਸਵੀਰ? ਹਲੇ ਤਾਂ ਇਹ ਤਸਵੀਰਾਂ ਨਾਲ ਸਾਰੇ ਪੁਰਾਣੇ ਬੰਦੇ ਜਿਹੜੇ ਆਏ ਸੀਗੇ ਉਹਨਾਂ ਦੀ ਤਸਵੀਰਾਂ ਨੇ। ਓਕੇ, ਇਹਨਾਂ ਹੀ ਮੈਂ ਦੱਸ ਸਕਦਾ ਇਹਨਾਂ 'ਚ। ਠੀਕ। ਤੇ ਇਹਨੂੰ ਤੁਸੀਂ ਤਰਤੀਬਵਾਰ ਜਿਹੜਾ ਹੈ ਬਹੁਤ ਸਾਰਾ ਜਿਹੜੀ ਤਸਵੀਰਾਂ ਵਗੈਰਾ ਹੈਗੀਆਂ ਐਕਚੁਅਲੀ ਉਹ ਲੋਕਾਂ ਦੇ ਘਰ 'ਚ ਪਈਆਂ ਨੇ। ਠੀਕ ਹੈ। ਜਿਹੜੇ ਪੁਰਾਣੇ ਇੱਥੋਂ ਦੇ ਮੈਂਬਰ ਸੀਗੇ ਸੁਸਾਇਟੀ ਦੇ ਅੰਦਰ ਐਗਜ਼ੈਕਟਿਵ ਦੇ ਮੈਂਬਰ ਨੇ, ਉਹ ਕਈ ਘਰ ਲੈ ਗਏ ਨੇ। ਹੁਣ ਉਹਨਾਂ ਨੇ ਆਫਰ ਜ਼ਰੂਰ ਕੀਤਾ ਜੀ ਸਾਡੇ ਕੋਲ ਪਈਆਂ ਨੇ ਤਸਵੀਰਾਂ ਜਾਂ ਇਹ ਚੀਜ਼ ਜੋ ਚੀਜ਼ਾਂ ਪਈਆਂ ਨੇ, ਠੀਕ ਹੈ, ਅਸੀਂ ਉਹਨਾਂ ਨੂੰ ਲੈ ਕੇ ਫਿਰ ਚੰਗੀ ਤਰ੍ਹਾਂ ਇਹਨਾਂ ਨੂੰ ਸਜਾ ਕੇ ਕਰਾਂਗੇ। ਠੀਕ। Subscribe now and press the bell icon. Never miss an update.